ਕਿੱਥੇ ਠੇਕਿਆਂ ਵਿੱਚੋਂ ਪੇਟੀਆਂ ਵਿਕ ਰਹੀਆਂ, ਕਿਹੜੀ ਡਿਸਟਿਲਰੀ ਚੋਂ ਮਾਲ ਨਿਕਲ ਰਿਹਾ, ਕਿੱਥੇ 2 ਨੰਬਰ ਦਾ ਕੰਮ ਹੋ ਰਿਹਾ। ਪੰਜਾਬ ਪੁਲਿਸ ਤੇ ਐਕਸਾਈਜ਼ ਡਿਪਾਰਟਮੈਂਟ ਇੱਕ ਜਾਣ। ਵੱਡੇ ਜਿਹੜੇ ਮਗਰਮੱਛ ਨੇ ਇਹਨਾਂ ਦੇ ਗਲ 'ਚ ਰੱਸਾ ਪਾਉਣ ਦੀ ਲੋੜ ਹੈ। ਰੱਸਾ ਹੁਣ ਪੰਜਾਬ ਪੁਲਿਸ ਦੀ ਏਜੰਸੀਆਂ ਕੋ ਨਹੀਂ ਪੈਣਾ, ਕਿਉਂਕਿ ਇਹ ਮਹਿਕਮੇ ਦੋਨੋਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਐਕਸਾਈਜ਼ ਮੰਤਰੀ ਵੀ ਹੈ ਨੇ ਤੇ ਹੋਮ ਮਿਨਿਸਟਰ ਵੀ ਹੈ। ਮੈਂ ਕਿਹਾ ਸੀ ਜਿਸ ਏਰੀਏ ਦੇ ਵਿੱਚ ਇਸ ਕਿਸਮ ਦਾ ਗੁਨਾਹ ਹੁੰਦਾ, ਜਿਸ ਤਰ੍ਹਾਂ ਬਟਾਲੇ ਵਿੱਚ ਮੌਤਾਂ ਹੋਈਆਂ, ਤਰਨਤਾਰਨ 'ਚ ਹੋਈਆਂ, ਅੰਮ੍ਰਿਤਸਰ 'ਚ ਹੋਈਆਂ, ਮੁੱਛਲ ਪਿੰਡ 'ਚ ਹੋਈ, ਤੁਸੀਂ ਉਹਦੇ ਥਾਣੇਦਾਰ ਨੂੰ ਇਮੀਡੀਏਟਲੀ ਬਦਲੋ। 3 ਸਾਲ ਵਾਸਤੇ ਗਵਰਨਮੈਂਟ ਕਾਨੂੰਨ ਬਣਾ ਦੇ, ਜਿਹੜੇ ਥਾਣੇ 'ਚ ਇਹੋ ਜਿਹੀ ਕੋਈ ਹਰਕਤ ਹੋਏ ਉਹਨੂੰ 3 ਸਾਲ ਵਾਸਤੇ ਫੀਲਡ ਪੋਸਟਿੰਗ ਨਹੀਂ ਦੇਣੀ, ਡੀਐਸਪੀ ਨੂੰ 2 ਸਾਲ ਨਹੀਂ ਦੇਣੀ, ਐਸਐਸਪੀ ਨੂੰ 1 ਸਾਲ ਨਹੀਂ ਦੇਣੀ। ਆਪਣੇ ਆਪ ਤੁਸੀਂ ਵੇਖੋ ਠੀਕ ਹੋਣ ਦਾ। ਜੋ ਅੱਜ ਇੰਨਾ ਵੱਡਾ ਇੱਕ ਗੁਨਾਹ ਹੋਇਆ, ਅੰਜਰ ਗੁਨਾਹ ਹੋਇਆ ਲਗਾਤਾਰ ਪਿਛਲੇ 3 ਦਿਨਾਂ 'ਚੋਂ, ਕਿਤੇ 20 ਕਦੀ 30 ਕਦੀ 40 ਕਦੀ 50 ਰੁਕਣ 'ਚ ਨਹੀਂ ਆ ਰਹੀਆਂ, 112 ਹੋ ਚੁੱਕੀਆਂ ਨੇ, ਅਜੇ ਵੀ ਕਈ ਹਸਪਤਾਲਾਂ 'ਚ ਪਏ ਨੇ, ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ ਗਰੀਬ ਲੋਕ। ਕੋਈ ਬੰਦਾ ਨਹੀਂ ਉੱਥੇ ਪਹੁੰਚਿਆ ਜੀ। ਜਿਹੜਾ ਮਾਲਕ ਹੋਏ ਸੂਬੇ ਦਾ, ਨੰਬਰ 1 ਸਿਟੀਜ਼ਨ ਹੋਏ, 112 ਬੰਦੇ ਮਾਰੇ ਜਾਣ, ਇੱਕ ਜ਼ਿਲ੍ਹੇ 'ਚ 75 ਆਦਮੀ ਮਾਰੇ ਜਾਣ, ਇੱਕ ਜਗ੍ਹਾ 12-14 ਮਾਰੇ ਜਾਣ, ਤੀਜੇ ਵਿੱਚ 12-14 ਮਾਰੇ ਜਾਣ। ਜੇ ਆਪਾਂ ਆਪਣੀ ਜ਼ਿੰਮੇਵਾਰੀ को ਸਮਝਾਂਗੇ ਤਾਂ ਉੱਥੇ ਪਹੁੰਚਣਾ ਚਾਹੀਦਾ, ਨਹੀਂ ਸਮਝਾਂਗੇ ਤਾਂ ਫਿਰ ਠੀਕ ਹੈ, ਪਰ ਪਰਮਾਤਮਾ ਮਿਹਰ ਕਰੇ ਪੰਜਾਬ। ਮੈਂ ਤਾਂ ਇੱਕੋ ਗੱਲ ਚਾਹੁੰਦਾ ਕਿ ਜੇ ਸਿੰਸੀਅਰਲੀ ਕੈਪਟਨ ਅਮਰਿੰਦਰ ਸਿੰਘ ਅੱਜ ਇਹਨਾਂ ਦੋਸ਼ੀਆਂ ਨੂੰ ਲੱਭਣਾ ਚਾਹੁੰਦੇ, ਜਿਨ੍ਹਾਂ 2700 ਕਰੋੜ ਦਾ ਕੋਰਾ ਲਾਇਆ, ਜਿਨ੍ਹਾਂ ਲੋਕਾਂ ਨੇ 112 ਕਤਲ ਕੀਤੇ, ਇਹ ਕੋਲਡ ਬਲੱਡਡ ਮਰਡਰ ਹੈ, ਉਹ ਨਹੀਂ ਮਰੇ, ਕੋਲਡ ਬਲੱਡਡ ਮਰਡਰ ਹੈ, ਕਿਸੇ ਨੂੰ ਜ਼ਹਿਰ ਪਿਆਣਾ, ਇਟ ਇਜ਼ ਅ ਕੋਲਡ ਬਲੱਡਡ ਮਰਡਰ। ਉਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਕਚਹਿਰੀ ਦੇ ਵਿੱਚ FIR ਦਰਜ ਕਰਕੇ ਪੁਲਿਸ ਦੀਆਂ ਸਲਾਖਾਂ ਦੇ ਪਿੱਛੇ ਸੁੱਟਣਾ, ਇਹ ਪ੍ਰਾਇੋਰਟੀ ਪੰਜਾਬ ਗਵਰਨਮੈਂਟ ਦੀ ਹੋਣਾ ਚਾਹੀਦੀ। ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਵੱਡੀ ਗਿਣਤੀ 'ਚ ਮੌਤਾਂ ਹੋਈਆਂ ਨੇ। ਈਵਨ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ ਹੈ ਕਿ ਉਹ CBI ਇਨਕੁਆਇਰੀ ਕਰਨ, ਜਿਸ ਦੇ ਜਵਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਉਹ ਆਪਣੇ ਕੰਮ ਨਾਲ ਕੰਮ ਰੱਖਣ, ਪੰਜਾਬ 'ਚ ਅਸੀਂ ਆਪ ਦੇਖ ਲਾਂਗੇ। ਪਰ ਹੁਣ ਪੰਜਾਬ ਦੀ ਜਿਸ ਪਾਰਟੀ ਦੀ ਸਰਕਾਰ ਹੈ, ਕਾਂਗਰਸ ਪਾਰਟੀ, ਉਸ ਦੇ ਹੀ ਸੀਨੀਅਰ ਮੈਂਬਰ ਪਾਰਲੀਮੈਂਟ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਹੀ ਸਰਕਾਰ ਖਿਲਾਫ ਫਰੰਟ ਖੋਲ੍ਹਿਆ ਜਾਂ ਲੋਕ ਹਿੱਤਾਂ ਦੇ ਵਿੱਚ ਫਰੰਟ ਖੋਲ੍ਹਿਆ। ਆਪਾਂ ਜਾਣਦੇ ਹਾਂ ਕਿ ਬਾਜਵਾ ਸਾਹਿਬ ਮੁੱਖ ਮੰਤਰੀ ਸਾਹਿਬ ਤੋਂ ਕੀ ਮੰਗ ਕਰ ਰਹੇ ਨੇ ਤੇ ਗਵਰਨਰ ਸਾਹਿਬ ਨੂੰ ਮਿਲੇ ਨੇ, ਉਹਨਾਂ ਨੇ ਕੀ ਮੰਗ ਮੁੱਖ ਤੌਰ ਤੇ ਰੱਖੀ ਹੈ। ਜੀ ਬਾਜਵਾ ਸਾਹਿਬ, ਦੇਖੋ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਦੇ ਕਾਊਂਟਰ ਪਾਰਟ ਨੇ, ਉਹਨਾਂ ਨੂੰ ਕਹਿ ਸਕਦੇ ਨੇ ਕਿ ਉਹ ਆਪਣੀ ਸਟੇਟ ਦੇਖਣ। ਤੁਸੀਂ ਇਸ ਮਾਮਲੇ 'ਚ ਢੁਕਵੇਂ ਮੈਨੂੰ ਇਸ ਕਰਕੇ ਲੱਗ ਰਹੇ ਹੋ ਕਿ ਮਾਝਾ, ਖਾਸ ਕਰ ਗੁਰਦਾਸਪੁਰ, ਬਟਾਲਾ ਤੁਹਾਡੀ ਕਰਮ ਭੂਮੀ ਰਹੀ ਹੈ। ਤੁਹਾਨੂੰ ਅੰਦਰੋਂ ਕੀ ਸਮੈਲ ਆ ਰਹੀ ਹੈ ਕਿ ਇਹਦੇ ਪਿੱਛੇ ਕੌਣ ਲੋਕ ਨੇ? ਮੈਂ ਉਸ ਗੱਲ ਵੱਲ ਬਾਅਦ 'ਚ ਜਾਵਾਂਗਾ ਕਿ ਮੁੱਖ ਮੰਤਰੀ ਤੋਂ ਤੁਸੀਂ ਕੀ ਮੰਗ ਕਰ ਰਹੇ ਹੋ, ਕਲਪ੍ਰਿਟ ਕੌਣ ਨੇ? ਦੇਖੋ ਗੱਲ ਇਸ ਤਰ੍ਹਾਂ ਹੈ, ਕਲਪ੍ਰਿਟ ਤੇ ਪੰਜਾਬ ਪੁਲਿਸ ਨੂੰ, ਐਕਸਾਈਜ਼ ਡਿਪਾਰਟਮੈਂਟ ਨੂੰ ਇੱਕ ਬੰਦੇ ਦਾ ਪਤਾ। ਪੰਜਾਬ ਦੇ ਵਿੱਚ ਕਿੱਥੇ ਲਾਣ ਵਿਕ ਰਹੀ ਹੈ, ਕਿੱਥੇ ਠੇਕਿਆਂ ਵਿੱਚੋਂ ਪੇਟੀਆਂ ਵਿਕ ਰਹੀਆਂ, ਕਿਹੜੀ ਡਿਸਟਿਲਰੀ ਚੋਂ ਮਾਲ ਨਿਕਲ ਰਿਹਾ, ਕਿੱਥੇ 2 ਨੰਬਰ ਦਾ ਕੰਮ ਹੋ ਰਿਹਾ। ਪੰਜਾਬ ਪੁਲਿਸ ਤੇ ਐਕਸਾਈਜ਼ ਡਿਪਾਰਟਮੈਂਟ ਇੱਕ ਜਾਣ, ਕਿਉਂਕਿ ਮਹੀਨੇ ਵੱਜੇ ਨੇ ਇਹਨਾਂ ਨੂੰ। ਇਹ ਅੱਜ ਤੋਂ ਨਹੀਂ, ਕਈ ਸਾਲਾਂ ਤੋਂ ਕੰਮ ਚੱਲਦਾ, ਇਹਨਾਂ ਨੂੰ ਇੱਕ ਚੀਜ਼ ਪਤਾ। ਇਹ ਚਿੜੀ ਵੀ ਫਰ ਮਾਰਨਾ ਚਾਹੁੰਦੀ ਹੈ ਤੇ ਪੰਜਾਬ ਪੁਲਿਸ ਨੂੰ ਇਹ ਵੀ ਪਤਾ ਕਿ ਚਿੜੀ ਫਰ ਕਿੱਥੇ ਮਾਰਦੀ। ਪੰਜਾਬ ਪੁਲਿਸ ਨੂੰ ਸਰਪ੍ਰਸਤੀ ਕਿਹਦੀ ਹੈ, ਪੋਲੀਟੀਕਲ ਪੈਟਰੋਨੇਜ ਕਿਹਦੀ ਹੈ? ਦੇਖੋ ਰਣਦੀਪ ਜੀ, ਇਹਨਾਂ ਗੱਲਾਂ ਦੇ ਮੈਂ ਜਵਾਬ ਔਨ TV ਨਹੀਂ ਦੇ ਸਕਦਾ। ਤੁਹਾਨੂੰ ਪਤਾ ਹੈ? ਨਹੀਂ, ਮੈਨੂੰ ਸਾਰੇ ਲੋਕਾਂ ਨੂੰ ਪਤਾ, ਮੈਂ ਇਕੱਲਾ ਥੋੜ੍ਹਾ ਜਿਹਨੂੰ ਪਤਾ, ਸਾਰੇ ਪੰਜਾਬ ਨੂੰ ਪਤਾ ਸਰਪ੍ਰਸਤੀ ਕਿਹਨਾਂ ਲੋਕਾਂ ਦੀ ਹੈ। ਬਟ ਸਰਪ੍ਰਸਤੀ ਵਾਸਤੇ ਤੇ ਅਸੀਂ ਮੰਗ ਕੀਤੀ ਹੈ, ਮੇਰੇ ਕਿਹਾ ਕਿਸੇ ਨੇ ਅਸਰ ਥੋੜ੍ਹਾ ਕਰਨਾ। ਮੈਂ ਤਾਂ ਹੀ ਕਹਿ ਰਿਹਾ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਲੈ ਕੇ ਆਓ, ਸੈਂਟਰ ਦੀ ਪ੍ਰੀਮੀਅਰ ਏਜੰਸੀ ਆਏ, ED ਆਏ, ਐਨਫੋਰਸਮੈਂਟ ਡਾਇਰੈਕਟਰੇਟ ਆਏ, ਪੰਜਾਬ ਪੁਲਿਸ ਇਹਦਾ ਸਾਥ ਦੇ। ਬੰਦੇ 1 ਮਹੀਨੇ 'ਚ ਲੱਭ ਪੈਂਦੇ ਨੇ। ਤੁਸੀਂ ਰਾਜਪੁਰੇ ਚਲੇ ਜਾਓ, ਸ਼ਹਿਰ 'ਚ ਕਿਸੇ ਨੂੰ ਪੁੱਛ ਲਓ ਕੌਣ ਚਲਾਉਂਦਾ। ਖੰਨੇ ਚਲੇ ਜਾਓ, ਤੁਹਾਨੂੰ ਸਾਰੇ ਦੱਸ ਦੇਣਗੇ। ਖਨੌਰ ਚਲੇ ਜਾਓ, ਸਾਰੇ ਦੱਸ ਦੇਣਗੇ। ਕਿਹੜੀਆਂ ਡਿਸਟਿਲਰੀਆਂ 'ਚੋਂ ਮਾਲ ਨਿਕਲਦਾ, ਉਹਨਾਂ ਦੇ ਏਰੀਏ ਚਲੇ ਜਾਓ, ਤੁਹਾਨੂੰ ਸਾਰਾ ਕੁਝ ਦੱਸ ਦੇਣਗੇ। ਕਿਹੜੇ ਠੇਕੇ ਦੇ ਪਿਛਲੇ ਬੰਨੇ ਸ਼ਰਾਬ ਨਿਕਲਦੀ ਪੇਟੀਆਂ ਵਿੱਚ, ਤੁਹਾਨੂੰ ਦੱਸ ਦੇਣਗੇ। ਕਿਹੜੇ ਪਿੰਡ 'ਚ ਕਿੰਨੀ ਲਾਹਣ ਵਿਕਦੀ, ਤੁਹਾਨੂੰ ਪਿੰਡ ਵਾਲੇ ਦੱਸ ਦੇਣਗੇ। ਮੈਨੂੰ ਪੁੱਛਣ ਦੀ ਤਾਂ ਲੋੜ ਹੈ ਕਿ ਜੇ ਇਕੱਲੇ ਮੈਨੂੰ ਪਤਾ ਹੋਏ, ਸਮੁੱਚੇ ਪੰਜਾਬ ਨੂੰ ਪਤਾ। ਇਹਦੀ ਅਸਲੀਅਤ ਫੜਨ ਦੀ ਲੋੜ ਹੈ। ਵੱਡੇ ਜਿਹੜੇ ਮਗਰਮੱਛ ਨੇ ਇਹਨਾਂ ਦੇ ਗਲ 'ਚ ਰੱਸਾ ਪਾਉਣ ਦੀ ਲੋੜ ਹੈ। ਰੱਸਾ ਹੁਣ ਪੰਜਾਬ ਪੁਲਿਸ ਦੀ ਏਜੰਸੀਆਂ ਕੋ ਨਹੀਂ ਪੈਣਾ, ਕਿਉਂਕਿ ਇਹ ਮਹਿਕਮੇ ਦੋਨੋਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਐਕਸਾਈਜ਼ ਮੰਤਰੀ ਵੀ ਹੈ ਨੇ ਤੇ ਹੋਮ ਮਿਨਿਸਟਰ ਵੀ ਹੈ। ਤੁਸੀਂ ਸਮਝਦੇ ਹੋ ਡਿਵੀਜ਼ਨਲ ਕਮਿਸ਼ਨਰ ਜਲੰਧਰ ਵਾਲਾ ਇਹਨੂੰ ਜਸਟਿਸ ਕਰ ਸਕੇਗਾ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੇ ਜ਼ਰੀਏ, ਪਹਿਲੇ ਦੁਸਹਿਰੇ ਵਾਲੇ ਦਿਨ 2 ਸਾਲ ਪਹਿਲੇ ਅੰਮ੍ਰਿਤਸਰ ਵਿੱਚ ਰੇਲਵੇ ਕਾਂਡ ਹੋਇਆ, 60 ਬੰਦੇ ਮਾਰੇ ਗਏ। ਉਹ ਸਿੱਟ ਦਾ ਕੋਈ ਨਤੀਜਾ ਨਿਕਲਿਆ? ਕੋਈ ਨਹੀਂ। ਬਾਜਵਾ ਸਾਹਿਬ, ਇੱਕ ਮਿੰਟ, ਉਸ ਤੋਂ ਬਾਅਦ ਬਟਾਲੇ ਵਿੱਚ ਕਾਂਡ ਹੋਇਆ, ਇਲੀਗਲ ਫੈਕਟਰੀ ਹਾਰਟ ਆਫ ਬਟਾਲੇ ਸ਼ਹਿਰ ਵਿੱਚ ਚੱਲਦੀ ਸੀ। SSP ਦੇ ਦਫ਼ਤਰ ਤੋਂ 1 ਕਿਲੋਮੀਟਰ ਤੇ ਉਸ ਤੋਂ 2017 'ਚ ਅਕਾਲੀ ਦਲ ਵੇਲੇ ਵੀ ਉੱਥੇ ਕਾਂਡ ਹੋਇਆ, 1 ਬੰਦਾ ਮਰ ਗਿਆ, 2 ਫੱਟੜ ਹੋਏ।
ਫਿਰ ਉਹ ਚੱਲਦੀ ਰਹੀ ਬਿਨਾਂ ਲਾਇਸੈਂਸ ਲੈ ਗਵਰਨਮੈਂਟ ਦੇ 23 ਬੰਦੇ ਮਾਰੇ ਗਏ, 27 ਬੰਦੇ ਫੱਟੜ ਹੋ ਗਏ, ਸਿੱਟ ਬਿਠਾਈ ਗਈ। ਮੈਨੂੰ ਉਹਦਾ ਨਤੀਜਾ ਦੱਸੋ, ਸਿੱਟ ਦਾ ਕੀ ਹੋਇਆ? ਤੁਸੀਂ ਦੇਖੋ ਮੇਰੀ ਮਾਰਫਤ ਸਵਾਲ ਕੀਤਾ ਹੈ ਕਿ ਜੋ ਮੈਜਿਸਟਰੇਟ ਲੈਵਲ ਦੀ ਇਨਕੁਆਇਰੀਆਂ 'ਚ ਕੀ ਹੋਏਗਾ, ਸਿਟ ਲੈਵਲ ਦੀ ਇਨਕੁਆਇਰੀਆਂ 'ਚ ਕੀ ਹੋਏਗਾ। ਪਿਛਲੀ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਤੁਹਾਨੂੰ ਯਾਦ ਹੋਏਗਾ ਪੰਜਾਬ ਵਿੱਚ ਚਿੱਟੇ ਦੇ ਮਾਮਲੇ ਦਾ ਖੁਲਾਸਾ ਹੋਇਆ। ਜਗਦੀਸ਼ ਭੋਲਾ ਮੇਨ ਕਿੰਗ ਪੌਨ ਕਾਲੋਂ ਕਿੰਗ ਪਿਨ ਕਾਲੋਂ ਤੇ ਹੋਰ ਬੰਦੇ ਫੜੇ ਗਏ ਤੇ ਉਦੋਂ ਜ਼ੋਰ ਸ਼ੋਰ ਲਾ ਕੇ ਵਿਰੋਧੀ ਧਿਰ ਚਾਹੇ ਕਾਂਗਰਸ ਦੇ ਉਹ ਬੰਦੇ ਅੱਗੇ ਸੀ ਕਿ ਤੁਸੀਂ ਸ਼ਾਇਦ ਉਹਨਾਂ ਨਾਲ ਸੁਰ ਮਿਲਦੀ ਸੀ ਕਿ ਨਹੀਂ ਮਿਲਦੀ ਸੀ। ਕਾਂਗਰਸ ਪਾਰਟੀ ਦਾ ਵੀ ਜ਼ੋਰ ਸੀ ਕਿ ਨਿਰਪੱਖ ਜਾਂਚ ਹੋਵੇ, ਹਾਈ ਕੋਰਟ ਪੱਧਰ ਤੇ ਜਾਂਚ ਹੋਵੇ। ਤੁਸੀਂ CBI ਵੀ ਗਏ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਨਾ ਤੁਸੀਂ ਹਾਈ ਕੋਰਟ ਗਏ ਸੀ, ਤੁਸੀਂ ਪਾਰਟੀ ਸੀਗੇ, ਬਾਈ ਨੇਮ ਪਟੀਸ਼ਨ ਤੁਸੀਂ ਪਾਈ ਸੀਗੀ, 5-6 ਪਟੀਸ਼ਨਾਂ ਪਈਆਂ ਸੀ। ਸ਼ਸ਼ੀਕਾਂਤ ਦੀ ਪਟੀਸ਼ਨ ਸੀ, ਤੁਹਾਡੀ ਬਾਈ ਨੇਮ ਪਟੀਸ਼ਨ ਸੀ। ਉਸ ਕੇਸ 'ਚ ਹੁਣ ਤੱਕ ਕੁਝ ਨਹੀਂ ਹੋਇਆ। ਮੈਂ ਉਸ ਦਾ ਜਵਾਬ ਦੇ ਰਿਹਾ ਕਿ ਤੁਸੀਂ ਮੈਨੂੰ ਕਿਹਾ ਕਿ ਪੰਜਾਬ ਪੱਧਰ ਦੀ ਜਿਹੜੀਆਂ ਕਮੇਟੀਆਂ ਨੇ ਉਹਨਾਂ ਦਾ ਕੋਈ ਹੱਲ ਨਹੀਂ ਨਿਕਲ ਸਕਦਾ, ਉਹਨਾਂ ਦਾ ਸਿੱਟਾ ਨਹੀਂ ਕੱਢਣਗੀਆਂ, ਤਾਂ ED ਨੇ ਵੀ ਉਸ ਕੇਸ 'ਚ ਹੁਣ ਤੱਕ ਕੁਝ ਨਹੀਂ ਕੀਤਾ। ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੀ ਸਿਆਸੀ ਲੜਾਈ ਤੱਕ ਹੀ ਸੀਮਤ ਰਹਿ ਗਈ ਤੁਹਾਡੀ ਮੰਗ? ਨੀਲ ਪਲੰਦਰ ਜੀ, ਫਿਰ 112 ਆਦਮੀ ਇਸ ਸ਼ਹਾਦਤ ਦੇ ਗਏ ਨੇ, ਕੁਰਬਾਨ ਹੋ ਗਏ ਨੇ, ਮਾਰੇ ਗਏ ਨੇ। ਤੁਸੀਂ ਕੀ ਚਾਹੁੰਦੇ ਹੋ ਮੈਂ ਰਜਾਈ ਲੈ ਕੇ ਮੰਜੇ ਤੇ ਸੌਂ ਜਾਵਾਂ? ਅਸੀਂ ਪੰਜਾਬ ਦੀ ਲੜਾਈ ਨਾ ਲੜੀਏ? ਏਜੰਸੀ ਦੀ ਗੱਲ ਕਰ ਰਹੇ ਹਾਂ ਜੀ। ਫਿਰ ਕਹਿੰਦੇ ਹੋ ਕਿ ED ਜਿਹੜੀ ਹੈਗੀ ਹੈ ਕੇਂਦਰ ਸਰਕਾਰ ਦਾ ਤੋਤਾ ਹੈ, CBI ਕੇਂਦਰ ਸਰਕਾਰ ਦਾ ਤੋਤਾ ਹੈ। ਕੇਂਦਰ 'ਚ ਭਾਈ ਫਿਰ ਬਾਹਰਲਾ ਤੋਤਾ ਲੈ ਆਓ, ਕੋਈ ਅਮਰੀਕਨ ਤੋਤਾ ਲੈ ਆਓ, ਫਿਰ FBI ਮੰਗਵਾ ਲਓ ਜਾਂ ਕੋਈ ਸੈਂਟਰ ਦੀ ਇੰਟਰਪੋਲ ਮੰਗਵਾ ਲਓ। ਹੋਰ ਕਿਹਨੂੰ, ਕਿਸੇ ਤੋਤੇ ਨੂੰ ਤੇ ਵਰਤਣਾ? ਖੁਦ ਸੈਂਟਰ ਜੇ ਪੰਜਾਬ ਦੇ ਵਿੱਚ ਇੱਕ ਏਜੰਸੀ ਉਹ ਹੈ ਜਿਹੜੀ ਚੀਫ ਮਿਨਿਸਟਰ ਦੇ ਆਪਣੇ ਮਹਿਕਮੇ ਦੀ ਤਹਿਕੀਕਾਤ ਕਰਦੀ, ਉਹ ਕਰ ਸਕਦੀ ਹੈ। ਡਿਵੀਜ਼ਨਲ ਕਮਿਸ਼ਨਰ ਕੋਲ ਤਾਕਤ ਹੈ ਕਿ ਉੱਥੇ ਕਿਸੇ ਬੰਦੇ ਨੂੰ ਗੁਨਾਹਗਾਰ ਸਾਬਤ ਕਰ ਦੇ। ਸੈਂਟਰ ਦੀ ਜਿਹੜੀ ਏਜੰਸੀ ਆਏਗੀ ਕੋਈ ਨਾ ਕੁਝ ਤੇ ਦੱਸ ਕੇ ਜਾਏਗੀ, ਨਹੀਂ ਤਾਂ ਉਹਦੀ ਮੋਨੀਟਰਿੰਗ ਹਾਈ ਕੋਰਟ ਦੇ ਜੱਜ ਕੋ ਕਰਾ ਲਓ। ਜੇ ਪੰਜਾਬ ਗਵਰਨਮੈਂਟ ਕੀਨ ਹੈ ਕਿ ਜਸਟਿਸ ਹੋਏ, ਸੈਂਟਰ ਦੀ ਏਜੰਸੀ ਲਾਓ, ਉੱਤੇ ਹਾਈ ਕੋਰਟ ਦੇ ਸਿਟਿੰਗ ਜੱਜ ਲਾ ਲਓ ਮੋਨੀਟਰ ਕਰਨ ਵਾਸਤੇ। ਬਹੁਤ ਸਾਰੇ ਕੇਸ ਮੋਨੀਟਰ ਹੋਏ ਨੇ, ਨਤੀਜੇ ਤੇ ਵੀ ਨਿਕਲੇ ਨੇ। ਬਹੁਤ ਸਾਰੇ ਲੋਕਾਂ ਦੇ ਜਿਹੜੇ ਨਤੀਜੇ ਕੱਢੇ ਗਏ ਨੂੰ ਐਂ ਹੀ ਨਿਕਲੇ ਨੇ। ਇਹ ਹੁਣ ਮੈਂ ਦੱਸਣ ਤੋਂ ਦਰਿਆ, ਇਹ ਤੇ ਆਪ ਕਹਿੰਦੇ ਨੇ ਕਿ ਸਾਨੂੰ ਦੁੱਲੋ ਤੇ ਪ੍ਰਤਾਪ ਸਿੰਘ ਬਾਜਵਾ ਨਾਲ ਦੱਸੋ ਸਰਕਾਰ ਕਿਸ ਤਰ੍ਹਾਂ ਚਲਾਣੀ ਹੈ। ਅਸੀਂ ਤੇ ਘੱਟ ਤੋਂ ਘੱਟ ਦੱਸਨੇ, ਅਸੀਂ ਤੇ ਚਿੱਠੀਆਂ ਦੇ ਜ਼ਰੀਆ। ਫਿਰ ਕਹਿੰਦੇ ਮੈਨੂੰ ਚਿੱਠੀ ਨਹੀਂ ਪਹੁੰਚਦੀ। ਆਹ ਦਰਜਨ ਚਿੱਠੀਆਂ ਮੇਰੇ ਕੋਲ ਨੇ। ਜੇ ਫਿਰ ਕਹਿੰਦੇ ਜੇ ਪਹੁੰਚ ਵੀ ਜਾਂਦੀ ਮੈਂ ਉਹਦੇ ਤੇ ਅਸਰ ਕੋਈ ਨਹੀਂ ਕਰਦਾ। ਜੇ ਸਾਡੀ ਚਿੱਠੀ ਤੇ ਅਸਰ ਕੀਤਾ ਹੁੰਦਾ, ਘੱਟ ਤੋਂ ਘੱਟ 112 ਜਿਹੜੇ ਲੋਕ ਬੇਗੁਨਾਹ ਮਾਰੇ ਗਏ ਨੇ, ਘੱਟ ਤੋਂ ਘੱਟ ਉਹ ਨਾ ਮਾਰੇ ਜਾਂਦੇ। ਬਾਜਵਾ ਸਾਹਿਬ, ਵਾਰ-ਵਾਰ ਕਿਹਾ ਜਾਂਦਾ ਹੈ ਕਿ ਫਲਾਣਾ ਕੋਈ ਜੋ ਔਰਤ ਫੜੀ ਗਈ ਹੈ ਉਹਦਾ ਅਕਾਲੀ ਦਲ ਨਾਲ ਸੰਬੰਧ ਹੈ। ਹਾਲੇ ਵੀ ਅਕਾਲੀ ਦਲ ਇੰਨਾ ਖੁੱਲ੍ਹ ਖੇਡ ਰਿਹਾ ਹੈ ਕਿ ਅਕਾਲੀ ਦਲ ਦੀ ਜਿਹੜੀ ਸਰਪ੍ਰਸਤੀ ਇੰਨੀ ਜ਼ਬਰਦਸਤ ਹੈ ਕਿ ਕਾਂਗਰਸੀਆਂ ਦੀ ਨਹੀਂ ਚੱਲਦੀ। ਅਕਾਲੀ ਦਲ ਹਾਲੇ ਵੀ ਜੇਕਰ ਕਥਿਤ ਤੌਰ ਦੇ ਉੱਤੇ ਨਕਲੀ ਸ਼ਰਾਬ ਵੇਚਦਾ ਹੈ ਜਾਂ ਕੁਝ ਕਰਦਾ ਹੈ, ਇਹਨਾਂ ਗੱਲਾਂ 'ਚ ਸਰਗਰਮ ਤੌਰ ਤੇ ਸ਼ਾਮਲ ਹੈ। ਕੀ ਕਾਰਨ ਹੈ ਕਿ ਅਕਾਲੀ ਦਲ ਇੰਨੀ ਹੱਲਾਸ਼ੇਰੀ ਨਾਲ ਕੰਮ ਕਰ ਰਿਹਾ ਹੈ, ਜਿਵੇਂ ਤੁਸੀਂ ਦੋਸ਼ ਲਾ ਰਹੇ ਹੋ? ਨੀਲ ਪਰੰਦਰ, ਮੈਂ ਨਹੀਂ ਅਕਾਲੀ ਦਲ ਦਾ ਕਿਤੇ ਕਿਹਾ। ਮੈਂ ਕਿਤੇ ਕਿਹਾ ਅਕਾਲੀ ਦਲ ਦਾ? ਮੈਂ ਤਾਂ ਕਿਹਾ ਜਿਹੜੀ ਔਰਤ 20 ਸਾਲ ਦੀ ਸ਼ਰਾਬ ਵੇਚਦੀ ਹੈ ਤੇ 10 ਸਾਲ ਤੇ ਪਿੱਛੇ ਅਕਾਲੀ ਦਲ ਦੇ ਸੀ, 3.5 ਤੋਂ ਅੱਗੇ ਲਓ। ਮੈਂ ਤਾਂ ਅਕਾਲੀ ਦਲ ਦਾ ਨਾਂ ਲਿਆ ਸੀ ਕਿ ਉਦੋਂ ਦਾ ਹੀ ਕੰਮ ਤੁਰਿਆ ਹੁੰਦਾ। ਇਹ ਕੋਈ ਨਵਾਂ ਨਹੀਂ। ਲਾਨ ਹਰ ਪਿੰਡ 'ਚ ਵਿਕਦੀ, ਉਹਨੂੰ 20-20 25-25 ਸਾਲ ਹੋ ਗਏ। ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਥਾਣੇਦਾਰ ਨੂੰ, DSP ਨੂੰ, SSP ਨੂੰ ਇੱਕ ਬੰਦੇ ਦਾ ਪਤਾ, ਇੱਕ ਜੁਰਮ ਕਰਨ ਵਾਲੇ ਦਾ ਪਤਾ, ਜੇਬਾਂ ਕੱਟਣ ਵਾਲੇ ਦਾ ਪਤਾ, ਇਹਨਾਂ ਨੂੰ ਮੰਗਣ ਵਾਲੇ ਦਾ ਪਤਾ, ਲਾਈਟਾਂ ਤੇ ਕਿਹੜਾ ਮੰਗਦਾ ਤੇ ਕਿਹੜਾ ਗਰੋਹ ਹੈ ਤੇ ਕਿਹੜਾ ਲੀਡਰ ਹੈ। ਜੇ ਮਨ ਹੋਏ, ਜੇ ਕਿਸੇ ਨੂੰ ਸਜ਼ਾ ਦਈਏ। ਮੈਂ ਕੱਲ੍ਹ ਹੀ ਇਹਨਾਂ ਨੂੰ ਪਰਸੋਂ ਇੱਕ ਰਾਏ ਦਿੱਤੀ ਸੀ। ਮੈਂ ਕਿਹਾ ਸੀ ਜਿਸ ਏਰੀਏ ਦੇ ਵਿੱਚ ਇਸ ਕਿਸਮ ਦਾ ਗੁਨਾਹ ਹੁੰਦਾ, ਜਿਸ ਤਰ੍ਹਾਂ ਬਟਾਲੇ ਵਿੱਚ ਮੌਤਾਂ ਹੋਈਆਂ, ਤਰਨਤਾਰਨ 'ਚ ਹੋਈਆਂ, ਅੰਮ੍ਰਿਤਸਰ 'ਚ ਹੋਈਆਂ, ਮੁੱਛਲ ਪਿੰਡ 'ਚ ਹੋਈ, ਤੁਸੀਂ ਉਹਦੇ ਥਾਣੇਦਾਰ ਨੂੰ ਇਮੀਡੀਏਟਲੀ ਬਦਲੋ। 3 ਸਾਲ ਵਾਸਤੇ ਗਵਰਨਮੈਂਟ ਕਾਨੂੰਨ ਬਣਾ ਦੇ, ਜਿਹੜੇ ਥਾਣੇ 'ਚ ਇਹੋ ਜਿਹੀ ਕੋਈ ਹਰਕਤ ਹੋਏ ਉਹਨੂੰ 3 ਸਾਲ ਵਾਸਤੇ ਫੀਲਡ ਪੋਸਟਿੰਗ ਨਹੀਂ ਦੇਣੀ, DSP ਨੂੰ 2 ਸਾਲ ਨਹੀਂ ਦੇਣੀ, SSP ਨੂੰ 1 ਸਾਲ ਨਹੀਂ ਦੇਣੀ। ਆਪਣੇ ਆਪ ਤੁਸੀਂ ਵੇਖੋ ਠੀਕ ਹੋਣ ਦਾ। ਜੇ ਕਿਸੇ ਥਾਣੇਦਾਰ ਨੂੰ ਅੱਜ ਬਦਲ ਕੇ ਵੀ ਨਾਲ ਦੇ ਜ਼ਿਲ੍ਹੇ ਵਿੱਚ ਅਗਲੇ ਦਿਨ ਲਾ ਦੇਣਾ ਤਾਂ ਉਸ ਫਿਰ ਗੱਲ ਦਾ ਫਰਕ ਹੀ ਪਿਆ ਜੀ। ਅਸੀਂ ਕਹਿ ਕੀ ਰਹੇ ਹਾਂ? ਅਸੀਂ ਕਹਿ ਹੀ ਰਹੇ ਹਾਂ ਵੀ ਆਰ ਜਸਟ ਵਾਚ ਡੌਗਸ। ਅਸੀਂ ਪੰਜਾਬ ਦੇ ਲੋਕਾਂ ਦੇ ਜਿਹੜੇ ਇਸ਼ੂਜ਼ ਨੇ, ਜਿਨ੍ਹਾਂ ਲੋਕਾਂ ਨੇ ਸਾਨੂੰ ਇਲੈਕਟ ਕੀਤਾ, ਜਿਹੜੀ ਪਾਰਟੀ ਨੇ ਇਲੈਕਟ ਕੀਤਾ, ਜੇ ਉਸ ਪਾਰਟੀ ਦੇ ਇੰਟਰਸਟ ਨੂੰ ਖੋਰਾ ਲੱਗ ਰਿਹਾ, ਅਸੀਂ ਇਸ ਗੱਲ ਕਾਰਨ ਚੁੱਪ ਹੋ ਕੇ ਨਹੀਂ ਬਹਿ ਸਕਦੇ। ਨਹੀਂ ਤਾਂ ਸਾਨੂੰ ਕੀ ਤਕਲੀਫ ਹੈ ਜੀ? ਅਸੀਂ ਰਾਜ ਸਭਾ ਦੇ ਮੈਂਬਰ ਆਏ ਤੇ ਦੂਜੇ ਸਭਾ ਵਾਲਿਆਂ ਨੂੰ ਲੜਨਾ ਚਾਹੀਦਾ, ਵਿਧਾਨ ਸਭਾ ਜਾਂ ਲੋਕ ਸਭਾ ਵਾਲਿਆਂ ਨੂੰ। ਅਸੀਂ ਰਾਜ ਸਭਾ ਵਾਲੇ ਹੋ ਕੇ ਲੜ ਰਹੇ, ਇਸ ਗੱਲ ਕਾਰਨ ਨੂੰ ਲੜ ਰਹੇ। ਸਾਡੇ ਦਿਲ ਨੂੰ ਤਕਲੀਫ ਹੈ ਇਸ ਗੱਲ ਦੀ, ਜਦੋਂ ਪਾਰਟੀ ਦੀ ਸ਼ਾਖ ਨੂੰ ਵੱਡਾ ਖੋਰਾ ਲੱਗ ਰਿਹਾ। ਸਾਡਾ ਜੇ ਪੋਲੀਟੀਕਲ ਫਿਊਚਰ ਹੈ ਪੰਜਾਬ 'ਚ ਪੋਲੀਟੀਕਲ ਫਿਊਚਰ ਤੁਸੀਂ ਮੰਨਦੇ ਹੋ, ਪਰ ਤੁਸੀਂ ਕੀ ਮੰਨਦੇ ਹੋ ਕਿ ਜੇਕਰ
ਪਾਰਟੀ ਦੀ ਸਾਖ ਨੂੰ ਖੋਰਾ ਲੱਗ ਰਿਹਾ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਨਹੀਂ 2-3 ਵਾਰ ਕਹਿ ਚੁੱਕੇ ਨੇ ਕਿ ਇੱਕ ਹੋਰ ਪਾਰੀ ਖੇਡਣ ਲਈ ਤਿਆਰ ਨੇ ਕਿ ਇਸ ਤਰ੍ਹਾਂ ਦੀ ਸਥਿਤੀਆਂ ਦੇ ਵਿੱਚ ਜਦੋਂ ਕਰੋਨਾ ਕਾਲ ਦੇ ਵਿੱਚ ਦੁਨੀਆ ਲੰਘ ਰਹੀ ਹੈ, ਜ਼ਹਿਰੀਲੀ ਸ਼ਰਾਬ ਵਰਗਾ ਸਭ ਤੋਂ ਘਟੀਆ ਬਿਜ਼ਨਸ ਜਿਹਨੂੰ ਆਪਾਂ ਕਹਿ ਸਕਦੇ ਹਾਂ, ਚਿੱਟੇ ਨੂੰ ਵੀ ਇੱਕ ਕਿਹਾ ਜਾਂਦਾ ਹੈ ਕਿ ਬੜਾ ਮਹਿੰਗਾ ਬਿਜ਼ਨਸ ਹੈ, ਵੱਡੇ ਇੰਟਰਨੈਸ਼ਨਲ ਲੈਵਲ ਦੇ ਕਨੈਕਸ਼ਨ ਹੁੰਦੇ ਨੇ, ਇਹਦੇ ਵਿੱਚ ਤਾਂ ਲਾਹਣ ਹੈ ਜਿਹੜੀ ਖੇਤਾਂ 'ਚ ਕੱਢੀ ਜਾ ਰਹੀ ਹੈ, 2 ਨੰਬਰ ਦੀ ਫੈਕਟਰੀਆਂ 'ਚ ਕੱਢੀ ਜਾ ਰਹੀ ਹੈ ਕਿ ਇਸ ਸਥਿਤੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਇਹ ਦਾਅਵਾ ਕਰਨਾ ਕਿ ਉਹ ਰਿਪੀਟ ਕਰ ਸਕਦੇ ਨੇ, ਉਹ ਕੈਪੈਸਿਟੀ 'ਚ ਨੇ ਦੁਬਾਰਾ ਸਟੇਟ ਨੂੰ ਲੀਡ ਕਰਨ 'ਚ, ਤੁਸੀਂ ਉਹਨਾਂ ਦੇ ਇਸ ਕਮੈਂਟ ਦੇ ਉੱਤੇ ਕੀ ਕਹਿਣਾ ਚਾਹੋਗੇ? ਰਾਜ ਭੁਲਿੰਦਰ ਜੀ, ਮੈਂ ਅਖੀਰ ਤੇ ਇੱਕੋ ਗੱਲ ਕਹਿਣੀ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹੂੰਗਾ 112 ਜਿਹੜੀਆਂ ਮੌਤਾਂ ਹੋਈਆਂ, ਆਪਣਾ ਸੱਜਾ ਹੱਥ ਆਪਣੇ ਦਿਲ ਤੇ ਰੱਖ ਕੇ ਆਪਣੀ ਅੰਤਰ ਆਤਮਾ ਜਿਹੜੀ ਹੈ ਉਹਦੇ ਕੋਲ ਆਵਾਜ਼ ਲੈ ਕੇ ਅੱਜ ਤੇਰਾ ਦਿਲ ਕੀ ਕਹਿ ਰਿਹਾ, ਤੁਹਾਡੀ ਗਵਰਨਮੈਂਟ ਦੀ ਫੰਕਸ਼ਨਿੰਗ ਬਾਰੇ ਤੁਹਾਡਾ ਦਿਲ ਦੀ ਆਵਾਜ਼ ਕੀ ਹੈ, ਉਹ ਲੋਕਾਂ ਨੂੰ ਤੁਸੀਂ ਦੱਸੋ ਕਿ ਤੁਹਾਡੇ ਦਿਲ ਦੀ ਆਵਾਜ਼ ਕੀ, ਜੋ ਸਾਡੇ ਦਿਲ ਦੇ ਵਿੱਚ ਹੈ ਉਹ ਤੇ ਅਸੀਂ ਚੰਦ ਦਿਨ ਬਾਅਦ ਵੀ ਦੱਸਾਂਗੇ। ਅੱਜ ਅਸੀਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾ ਦੇਣਾ ਕਿ ਉਹ ਆ ਕੇ ਦੱਸੇ ਕਿ ਦਿਲ ਦੀ ਆਵਾਜ਼ ਕੀ ਹੈ। ਜੋ ਅੱਜ ਇੰਨਾ ਵੱਡਾ ਇੱਕ ਇਹ ਗੁਨਾਹ ਹੋਇਆ, ਪੰਜਰ ਗੁਨਾਹ ਹੋਇਆ ਲਗਾਤਾਰ ਪਿਛਲੇ 3 ਦਿਨਾਂ 'ਚੋਂ, ਕਿਤੇ 20 ਕਦੀ 30 ਕਦੀ 40 ਕਦੀ 50 ਰੁਕਣ 'ਚ ਨਹੀਂ ਆ ਰਹੀਆਂ, 112 ਹੋ ਚੁੱਕੀਆਂ ਨੇ, ਅਜੇ ਵੀ ਕਈ ਹਸਪਤਾਲਾਂ 'ਚ ਪਏ ਨੇ, ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ ਗਰੀਬ ਲੋਕ, ਕੋਈ ਬੰਦਾ ਨਹੀਂ ਉੱਥੇ ਪਹੁੰਚਿਆ ਜੀ। ਕੀ ਕਾਰਨ ਹੈ ਕਿ ਮੁੱਖ ਮੰਤਰੀ ਵੀ ਨਹੀਂ ਪਹੁੰਚ ਪਾ ਰਹੇ ਹੈਗੇ, ਵਿਰੋਧੀ ਧਿਰ ਦੇ ਲੋਕ ਪਹੁੰਚ ਰਹੇ ਨੇ ਉੱਥੇ, ਤੁਸੀਂ ਵੀ ਜਿਹੜੇ ਆਹ ਦਾ ਨਾਰਾ ਮਾਰ ਰਹੇ ਹੋ, ਕੀ ਕਾਰਨ ਹੈ ਮੁੱਖ ਮੰਤਰੀ ਲੈਵਲ ਤੇ ਕਿਉਂ ਇਸ ਤਰ੍ਹਾਂ ਦੀ ਨਹੀਂ ਹੋ ਰਹੀ ਕਿ ਲੋਕਾਂ ਦੇ ਮਾੜਾ ਮੋਟਾ ਦੁੱਖ ਸ਼ਰੀਕ ਹੋ ਰਹੇ ਮੁੱਖ ਮੰਤਰੀ, ਇਸ ਕਾਰਜਸ਼ੈਲੀ ਦੇ ਕੀ ਕਹਿਣਾ ਚਾਹੋਗੇ? ਰਾਸ਼ਦ ਜੀ, ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਹਰ ਬੰਦੇ ਦਾ ਆਪਣਾ ਵਰਕਿੰਗ ਦਾ ਸਿਸਟਮ ਹੁੰਦਾ, ਜ਼ਿੰਮੇਵਾਰੀ ਦਾ ਸਿਸਟਮ ਹੁੰਦਾ। ਜਿਹੜਾ ਮਾਲਕ ਹੋਏ ਸੂਬੇ ਦਾ, ਨੰਬਰ 1 ਸਿਟੀਜ਼ਨ ਹੋਏ, 112 ਬੰਦੇ ਮਾਰੇ ਜਾਣ, ਇੱਕ ਜ਼ਿਲ੍ਹੇ 'ਚ 75 ਆਦਮੀ ਮਾਰੇ ਜਾਣ, ਇੱਕ ਜਗ੍ਹਾ 12-14 ਮਾਰੇ ਜਾਣ, ਤੀਜੇ ਵਿੱਚ 12-14 ਮਾਰੇ ਜਾਣ, ਜੇ ਆਪਾਂ ਆਪਣੀ ਜ਼ਿੰਮੇਵਾਰੀ ਕੋਈ ਸਮਝਾਂਗੇ ਤਾਂ ਉੱਥੇ ਪਹੁੰਚਣਾ ਚਾਹੀਦਾ, ਨਹੀਂ ਸਮਝਾਂਗੇ ਤਾਂ ਫਿਰ ਠੀਕ ਹੀ ਠੀਕ ਹੈ, ਪਰ ਪਰਮਾਤਮਾ ਮਿਹਰ ਕਰੇ ਪੰਜਾਬ 'ਤੇ। ਮੇਰਾ ਆਖਰੀ ਸਵਾਲ ਹੈ ਜੀ, ਕਿਉਂਕਿ ਸੋਸ਼ਲ ਡਿਸਟੈਂਸਿੰਗ ਦਾ ਵੀ ਸਮਾਂ ਹੈ, ਇੱਕ ਦੂਜੇ ਥਾਂ ਤੇ ਜਾਇਆ ਵੀ ਨਹੀਂ ਜਾਂਦਾ, ਤੁਸੀਂ ਛੋਟੀ ਜਿਹੀ ਗੱਲ ਕਹੀ ਹੈ ਕਿ ਪਹਿਲਾਂ ਮੁੱਖ ਮੰਤਰੀ ਸਾਹਿਬ ਜਾਂ ਸਰਕਾਰ ਦੱਸੇ ਕਿ ਉਹਦੇ ਦਿਲ 'ਚ ਕੀ ਹੈ, ਫਿਰ ਅਸੀਂ ਆਪਣੇ ਦਿਲ ਦੀ ਦੱਸਾਂਗੇ, ਤਾਂ ਮੈਂ ਕਿਹਾ ਵੀ ਦੁਬਾਰਾ ਸਾਨੂੰ ਨਾ ਤਰੱਦਦ ਕਰਨਾ ਪਏ, ਤੁਹਾਨੂੰ ਨਾ ਤਰੱਦਦ ਕਰਨਾ ਪਏ, ਸਾਨੂੰ ਸਾਰਿਆਂ ਨੂੰ ਇਕੱਠੇ ਕਰਨ ਦਾ ਥੋੜ੍ਹਾ ਜਿਹਾ ਇਸ਼ਾਰਾ ਤਾਂ ਦਿਓ ਕਿ ਤੁਹਾਨੂੰ ਕੀ ਲੱਗਦਾ ਕਿ ਕੌਣ ਨੇ ਇਸ ਪਿੱਛੇ, ਕਿਉਂਕਿ ਤੁਹਾਡੀ ਕਰਮ ਭੂਮੀ, ਮੈਂ ਵਾਰ-ਵਾਰ ਕਿਹਾ ਕਿ ਮਾਝਾ ਏਰੀਆ, ਖਾਸ ਕਰ ਗੁਰਦਾਸਪੁਰ ਬਟਾਲਾ ਏਰੀਆ ਕਰਮ ਭੂਮੀ ਰਿਹਾ, ਸਰਕਾਰ ਦੇ ਵੱਡੇ ਵਜ਼ੀਰਾਂ ਉੱਤੇ ਉਂਗਲ ਚੁੱਕੀ ਜਾ ਰਹੀ ਹੈ, ਤੁਹਾਡੇ ਗੋਤੀ ਨੇ ਈਵਨ ਕਿ ਵਜ਼ੀਰ ਉਹ ਵੀ ਆਪਣਾ ਸਫਾਈਆਂ ਦੇ ਰਹੇ ਨੇ, ਕੁਝ ਤੱਕ ਦੱਸੋ ਕਿ ਉਹਨਾਂ ਨੂੰ ਕਲੀਨ ਚਿੱਟ ਦਿੰਦੇ ਹੋ ਜਾਂ ਉਹਨਾਂ ਦਾ ਦਾਮਨ ਜਿਹੜਾ ਪਾਕ ਸਾਫ ਹੈ, ਜਾਂ ਕੌਣ ਫਿਰ ਜ਼ਿੰਮੇਵਾਰ ਨੇ ਇਹਦੇ ਪਿੱਛੇ? ਥੱਲੇ ਕੋਈ ਲੇਡੀ ਹੈ, ਕੋਈ ਥਾਣੇਦਾਰ ਹੈ, ਉਸ ਲੈਵਲ ਤੇ ਗੱਲ ਕਰਕੇ ਤਾਂ ਸਰਨੀ ਨਹੀਂ, ਇਹ ਤਾਂ ਤੁਸੀਂ ਭਲੀ ਭਾਂਤ ਜਾਣਦੇ ਹੋ। ਨੀਲ ਭੁਲਿੰਦਰ ਜੀ, ਜੇ ਨਾਮ ਮੈਂ ਹੀ ਲੈਣੇ ਨੇ ਤੇ ਮੇਰੇ ਕਹਿਣ ਤੇ ਮੰਨੇ ਜਾਣੇ ਨੇ, ਮੈਨੂੰ CBI ਦੀ ਲੋੜ ਕੀ ਇਨਕੁਆਇਰੀ ਦੀ, ਫਿਰ ਤੇ ਮੈਂ ਹੀ ਦੱਸ ਦਿੰਦਾ, ਪਤਾ ਤੇ ਸਾਰਿਆਂ ਨੂੰ ਹੀ ਨੇ, ਸਾਰਾ ਪੰਜਾਬ ਜਾਣਦਾ। ਡਿਸਟਿਲਰੀਆਂ ਕਿਹੜੀਆਂ ਨੇ ਜਿਹੜੀਆਂ 2 ਨੰਬਰ ਦਾ ਕੰਮ ਕਰਦੀਆਂ ਪੰਜਾਬ ਦੀਆਂ, ਤੇ ਕਿਹਨਾਂ ਨੇ ਕੀਤਾ? ਇਲੀਗਲ ਡਿਸਟਿਲਰੀਆਂ ਪਿੱਛੇ ਕੌਣ ਹੈ? ਕੌਣ ਨਹੀਂ ਜਾਣਦਾ? ਜਿੱਥੇ ਹਰ ਪਿੰਡ 'ਚ ਪੰਜਾਬ ਦੇ ਜਿੱਥੇ ਲਾਹਣ ਵਿਕਦੀ ਹੈ, ਹਰ ਪਿੰਡ ਵਾਲੇ ਨੂੰ ਪਤਾ ਕਿ ਕਿੰਨੇ ਘਰ ਨੇ ਤੇ ਵੇਚਣ ਵਾਲਾ ਕੌਣ ਹੈ। ਹੁਣ ਮੈਨੂੰ ਹਰ ਗੱਲ ਦਾ ਜਵਾਬ ਦੇਣ ਵਾਸਤੇ ਨਾ ਰੱਖੋ, ਅਸੀਂ ਇਸੇ ਗੱਲੋਂ ਹੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਕਿਹੜੀ ਗੱਲੋਂ ਮੰਗੀ, ਉਹ ਆਏਗੀ, ਇਨਵੈਸਟੀਗੇਟ ਕਰੇਗੀ, ਬੰਦੇ ਫੜੇਗੀ, ਆਪਣੇ ਆਪ ਲੋਕ ਮੰਨ ਲੈਣਗੇ। ਮੈਂ ਕਿਸੇ ਦਾ ਨਾਂ ਲੈਣ ਦੀ ਪੋਜੀਸ਼ਨ 'ਚ ਆਇਆ। ਬਾਜਵਾ ਸਾਹਿਬ, ਸਪਲੀਮੈਂਟਰੀ ਆਖਰੀ ਸਵਾਲ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਬਣੀ ਨੂੰ 4ਥਾ ਸਾਲ ਜਾ ਰਿਹਾ, ਆਖਰੀ ਪੜਾਅ 'ਚ ਆ ਗਈ ਹੈ ਸਰਕਾਰ, ਆਖਰੀ ਕਾਊਂਟਡਾਊਨ ਸ਼ੁਰੂ ਹੋ ਗਿਆ, ਮਾਈਨਿੰਗ ਬੰਦ ਹੈ ਤਾਂ ਨਜਾਇਜ਼ ਮਾਈਨਿੰਗ ਹੁੰਦੀ ਹੈ, ਸ਼ਰਾਬ ਦੇ ਮਾਮਲੇ 'ਚ ਕਰੋਨਾ ਆਉਂਦਾ ਤਾਂ ਇੰਨੀ ਕੁ ਸ਼ਰਾਬ ਵਿਕ ਜਾਂਦੀ ਹੈ ਕਿ ਜਿੰਨੀ ਆਮ ਦਿਨਾਂ 'ਚ ਨਹੀਂ ਵਿਕਦੀ, ਇੱਥੋਂ ਤੱਕ ਨਕਲੀ ਸ਼ਰਾਬ ਵੀ ਵਿਕ ਜਾਂਦੀ ਹੈ। ਕੀ ਕਾਰਨ ਹੈ ਕਿ ਜੋ ਲੋਕ ਸਰਕਾਰ ਦੇ ਸਿਰ ਦੇ ਉੱਤੇ ਪੈਸਾ ਬਣਾਉਣਾ ਚਾਹੁੰਦੇ ਨੇ, ਅਗਲੀਆਂ ਇਲੈਕਸ਼ਨਸ ਵਾਸਤੇ ਫੰਡਿੰਗ ਜਿਹੜੀ ਹੈਗੀ ਆ ਕ੍ਰੀਏਟ ਕਰਨਾ ਚਾਹੁੰਦੇ ਨੇ, ਉਹਨਾਂ ਦੀ ਇਹ ਨੌਬਤ ਆ ਗਈ ਹੈ ਕਿ ਉਹ ਨਕਲੀ ਸ਼ਰਾਬ ਵਰਗੇ ਕੰਮਾਂ 'ਚ ਲਿਪਤ ਹੋਣ ਲੱਗ ਗਏ ਨੇ, ਜਾਂ ਪੁਸ਼ਤ ਪਨਾਹੀ ਦੇਣ ਲੱਗ ਪਏ ਨੇ ਸਿਆਸੀ ਤੌਰ ਦੇ ਉੱਤੇ ਅਜਿਹੇ ਕੰਮ ਕਰਨ ਵਾਲੇ ਲੋਕਾਂ ਨੂੰ, ਤਾਂ ਕਿ ਲੋਕ ਪੀ ਕੇ ਮਰਨ ਲੱਗ ਜਾਣ? ਕਿ ਇਕਨੋਮਿਕਲੀ ਜਾਂ ਉਸ ਪੋਜੀਸ਼ਨ 'ਚ ਹੈ ਸਰਕਾਰ, ਜਾਂ ਪਾਰਟੀ ਉਸ ਪੋਜੀਸ਼ਨ 'ਚ ਹੈ ਕਿ ਉਹਨਾਂ ਨੂੰ ਫਿਕਰ ਹੋਣ ਲੱਗ ਗਈ ਹੈ ਕਿ 2022 ਕਿਵੇਂ ਲੜੀ ਜਾਊਗੀ, ਜਾਂ ਕੁਝ ਪੱਲੇ ਨਹੀਂ ਪਿਆ ਹੈਗਾ, 4 ਸਾਲ ਲੰਘ ਚੱਲੇ ਨੇ? ਕੋਈ ਇਹਨਾਂ ਗੱਲਾਂ ਦਾ ਜਿਹੜੇ ਨੇ, ਇਹਨਾਂ ਗੱਲਾਂ ਦਾ ਮੈਂ ਕੋਈ ਜਵਾਬ ਨਹੀਂ ਦੇ ਸਕਦਾ। ਇਹ ਤੇ ਜਿਹੜੇ ਕੰਮ ਕਰਦੇ ਨੇ ਇਹ ਉਹੀ ਤੁਹਾਨੂੰ ਜਵਾਬ ਦੇ ਸਕਦੇ ਨੇ। ਨੀਲ ਭੁਲਿੰਦਰ ਜੀ, ਇਹ ਬਹੁਤ ਇੱਕ ਗੰਭੀਰ ਮਸਲਾ, ਆਪਾਂ ਇੱਥੋਂ ਤੱਕ ਹੀ ਰਹੀਏ। ਮੈਂ ਤਾਂ ਇੱਕੋ ਗੱਲ ਚਾਹੁੰਦਾ ਕਿ ਜੇ ਸਿੰਸੀਅਰਲੀ ਕੈਪਟਨ ਅਮਰਿੰਦਰ ਸਿੰਘ ਅੱਜ ਇਹਨਾਂ ਦੋਸ਼ੀਆਂ ਨੂੰ ਲੱਭਣਾ ਚਾਹੁੰਦੇ, ਜਿਨ੍ਹਾਂ 2700 ਕਰੋੜ ਦਾ ਖੋਰਾ ਲਾਇਆ, ਜਿਨ੍ਹਾਂ ਲੋਕਾਂ ਨੇ 112 ਕਤਲ ਕੀਤੇ, ਇਹ ਕੋਲਡ ਬਲੱਡਡ ਮਰਡਰ ਹੈ, ਉਹ ਨਹੀਂ ਮਰੇ, ਕੋਲਡ ਬਲੱਡਡ ਮਰਡਰ ਹੈ, ਕਿਸੇ ਨੂੰ ਜ਼ਹਿਰ ਪਿਆਣਾ, ਇਟ ਇਜ਼ ਅ ਕੋਲਡ ਬਲੱਡਡ ਮਰਡਰ। ਉਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਕਚਹਿਰੀ ਦੇ ਵਿੱਚ FIR ਦਰਜ ਕਰਕੇ ਪੁਲਿਸ ਦੀਆਂ ਸਲਾਖਾਂ ਦੇ ਪਿੱਛੇ ਸੁੱਟਣਾ, ਇਹ ਪ੍ਰਾਇੋਰਟੀ ਪੰਜਾਬ ਗਵਰਨਮੈਂਟ ਦੀ ਹੋਣਾ ਚਾਹੀਦੀ। ਪਰ ਜੇਕਰ ਉਹ ਕਾਂਗਰਸ ਦੇ ਵੱਡੇ ਚਿਹਰੇ ਹੋਣ, ਫਿਰ ਕੀ ਤੁਸੀਂ ਲੱਗਦਾ ਨਹੀਂ ਕਿ ਪਾਰਟੀ ਨੂੰ ਡੈਮੇਜ ਹੋਏਗਾ ਬਹੁਤ ਵੱਡਾ? ਕੋਈ ਮੈਂ ਵੇਖੋ, ਤੁਸੀਂ ਮੇਰੇ ਮੂੰਹ 'ਚ ਸ਼ਬਦ ਨਾ ਪਾਓ, ਗੱਲ ਇਹ ਹੈ ਕੋਈ ਵੀ ਹੋਏ,
irrespective of party, irrespective of caste, irrespective of a name, irrespective of a personality, ਜਿਹੜਾ ਵੀ ਬੰਦਾ ਹੋਏਗਾ ਉਹਨੂੰ ਭੁਗਤਣਾ ਪਏਗਾ ਤੇ ਉਹਦੇ ਵਾਸਤੇ ਤਿਆਰ ਰਹਿਣਾ ਚਾਹੀਦਾ। ਗਵਰਨਮੈਂਟ ਨੂੰ ਇਹਦੇ ਉੱਤੇ ਤਗੜੇ ਹੋ ਕੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਸਾਥ ਦੇਣਾ ਚਾਹੀਦਾ, ਉਹਨੂੰ ਲੈ ਕੇ ਆਉਣਾ ਚਾਹੀਦਾ। ਟਾਈਮ ਬਾਉਂਡ ਅਸੀਂ ਮੰਗ ਰਹੇ 1 ਮਹੀਨੇ ਦੇ ਵਿੱਚ। ਇਹ ਅਰਾਡੀ ਕਮਿਸ਼ਨ ਵਰਗਾ 27 ਸਾਲ ਦੀ ਅਸੀਂ ਰਿਪੋਰਟ ਨਹੀਂ ਮੰਗਦੇ ਕਿ ਇੱਕ ਹੁਣ ਰਿਪੋਰਟ ਵੱਜੀ ਹੈ ਤੇ ਠੰਡੇ ਬਿਸਤੇ 'ਚ ਪੈ ਤੇ 27 ਸਾਲਾਂ ਬਾਅਦ ਜਦੋਂ 1 ਜਾਂ 2 ਪੁਸ਼ਤਾਂ ਮੁੱਕ ਜਾਣ ਉਦੋਂ ਦੀ ਰਿਪੋਰਟ ਕਿਸੇ ਬਸਤੇ 'ਚੋਂ ਨਿਕਲੇ ਨਾ। 1 ਮਹੀਨੇ ਦਾ ਟਾਈਮ ਜੇ ਗਵਰਨਮੈਂਟ ਕਰਨਾ ਚਾਹੁੰਦੀ ਹੈ ਤੇ ਬੜਾ ਕੁਝ 1 ਮਹੀਨੇ 'ਚ ਹੋ ਜਾਂਦਾ, ਰਿਜ਼ਲਟ ਵੀ ਹੋ ਜਾਂਦੇ, ਬੜਾ ਕੁਝ ਹੋ ਜਾਂਦਾ। ਤੇ ਬਹੁਤ ਸਾਰੀ ਸਰਕਾਰਾਂ ਨੇ ਕਰਕੇ ਹੀ ਵਿਖਾਇਆ। ਮੈਂ ਉਹਨਾਂ ਨੂੰ ਨੇਮ ਨਹੀਂ ਕਰਨਾ ਚਾਹੁੰਦਾ ਸਰਕਾਰਾਂ ਨੂੰ, ਕਿਉਂਕਿ ਨੇਮ ਕਰਨਾ ਚੰਗਾ ਨਹੀਂ ਲੱਗਦਾ। ਫਿਰ ਲੱਗਦਾ ਕਿ ਕਿਸੇ ਦੀ ਤਾਰੀਫ ਕਰ ਰਹੇ, ਕਿਸੇ ਨੂੰ ਬੁਰਾ ਕਹਿ ਰਹੇ ਨੇ। ਤੁਸੀਂ ਆਪਣੇ ਆ ਬੜੇ ਸੀਨੀਅਰ ਜਰਨਲਿਸਟ ਹੋ, ਤੁਹਾਨੂੰ ਸਾਰੀ ਗੱਲ ਦਾ ਪਤਾ ਹੈ। ਜੇ ਮਨਸ਼ਾ ਹੋਈ ਤੇ ਨਤੀਜਾ ਲੱਭ ਸਕਦਾ, ਜੇ ਮਨਸ਼ਾ ਨਾ ਹੋਈ ਤੇ ਉਸ ਮੁਕਾਮ ਤੱਕ ਪਹੁੰਚਣਾ ਮੁਸ਼ਕਿਲ ਹੋਏ। ਮਨਸ਼ਾ ਲੱਗ ਨਹੀਂ ਰਹੀ। 1 ਮਹੀਨੇ ਦਾ ਅਲਟੀਮੇਟਮ ਹੈ, ਜੇਕਰ ਨਹੀਂ ਹੁੰਦਾ ਤਾਂ ਇੱਕ ਸੈਂਟੈਂਸ ਤੁਸੀਂ ਦੱਸ ਸਕਦੇ ਹੋ ਪਲੀਜ਼ ਕਿ ਅਗਲਾ ਕੋਰਸ ਆਫ ਐਕਸ਼ਨ ਤੁਹਾਡਾ ਕੀ ਹੋਏਗਾ? ਅਸੀਂ ਤਾਂ ਪਹਿਲੇ ਦੋਨਾਂ ਨੇ ਦੱਸਿਆ ਅਗਲਾ ਕੋਰਸ ਆਫ ਐਕਸ਼ਨ ਹੈ ਮਿਸਿਸ ਗਾਂਧੀ ਨੂੰ ਮਿਲਣਾ, ਫਿਰ ਹੈ ਹੋਮ ਮਿਨਿਸਟਰ ਨੂੰ ਮਿਲਣਾ, ਫਿਰ ਹੈ ਪ੍ਰਾਈਮ ਮਿਨਿਸਟਰ ਨੂੰ ਮਿਲਣਾ, ਫਿਰ ਹੈ ਪਾਰਲੀਮੈਂਟ ਦੇ ਫਲੋਰ ਤੇ ਲੜਾਈ ਲੜਨੀ। ਅਸੀਂ ਤਾਂ ਇਹੀ ਕਰ ਸਕਦੇ ਹਾਂ। ਅਸੀਂ ਕੋਈ ਆਰਮਡ ਫੋਰਸਿਸ ਤੇ ਹੈ ਨਹੀਂ ਕਿ ਬੰਦੂਕ ਨੂੰ ਲੋਡ ਕਰਕੇ ਤੇ ਤੁਰ ਪਈਏ ਕਿਸੇ ਜਰਨੀ ਵਾਸਤੇ। ਅਸੀਂ ਤੇ ਜੋ ਐਜ਼ ਅ ਪਾਰਲੀਮੈਂਟੇਰੀਅਨ ਕੰਮ ਕਰ ਸਕਦੇ ਅਸੀਂ ਉਹ ਕਰਾਂਗੇ। ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਆਵਾਜ਼ ਬੁਲੰਦ ਜਿਹੜੀ ਹੈ ਉਹ ਹਮੇਸ਼ਾ ਰਿਜ਼ਲਟ ਲੈ ਕੇ ਆਉਂਦੀ ਹੈ। ਮੇਰਾ ਇਹ ਮੰਨਣਾ ਹੈ ਕਿ ਇਮਾਨਦਾਰੀ ਦੀ ਆਵਾਜ਼, ਲੋਕਾਂ ਦੀ ਆਵਾਜ਼ ਦੇ ਨਾਲ ਹਮੇਸ਼ਾ ਪਰਮਾਤਮਾ ਦਾ ਆਸ਼ੀਰਵਾਦ ਹੁੰਦਾ ਤੇ ਪਰਮਾਤਮਾ ਦਾ ਜਿੱਥੇ ਆਸ਼ੀਰਵਾਦ ਹੋਏ ਉਹ ਸੱਚਾਈ ਤੇ ਜ਼ਰੂਰ ਪਹੁੰਚਦਾ। ਉਹਦੇ ਰਸਤੇ ਵੱਖੋ ਵੱਖ ਹੁੰਦੇ ਨੇ। ਹਾਂਜੀ, ਬਹੁਤ ਸ਼ੁਕਰੀਆ। ਇਹ ਸੀਗੇ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਪੰਜਾਬ ਸਰਕਾਰ ਨੂੰ 1 ਮਹੀਨੇ ਦਾ ਅਲਟੀਮੇਟਮ ਇਹਨਾਂ ਨੇ ਦਿੱਤਾ, ਪਰ ਇਸ਼ਾਰਿਆਂ 'ਚ ਇਹਨਾਂ ਨੇ ਕਾਫੀ ਗੱਲਾਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਕੰਮ ਵਾਸਤੇ ਕੌਣ ਜ਼ਿੰਮੇਵਾਰ ਨੇ, ਇਹਦੇ ਪਿੱਛੇ ਕੌਣ ਨੇ। ਇਹ ਕਹਿੰਦੇ ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ। ਕੁੱਲ ਮਿਲਾ ਕੇ ਪਬਲਿਕ ਡੋਮੇਨ 'ਚ ਇਹ ਗੱਲ ਹੈ ਕਿ ਇਸ ਕਾਰੇ ਦੇ ਪਿੱਛੇ ਕੌਣ ਨੇ, ਕਿਹਦੀ ਜਿਹੜੀ ਹੈਗੀ ਆ ਇਹਦੇ ਪਿੱਛੇ ਸਾਜ਼ਿਸ਼ ਹੈ ਤੇ ਕਿਹਦੀ ਜਿਹੜੀ ਹੈਗੀ ਆ ਪਿੱਠ ਦੇ ਉੱਤੇ ਥਾਪੜਾ ਕਿਹਦੇ ਵੱਲੋਂ ਰੱਖਿਆ ਗਿਆ ਹੈ। ਸਾਰੀਆਂ ਗੱਲਾਂ ਪਬਲਿਕ ਡੋਮੇਨ 'ਚ ਨੇ, ਪਰ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਲੋਕ ਕਚਹਿਰੀ ਜਿਹੜੀ ਹੈਗੀ ਆ 2022 'ਚ ਜੁੜਨੀ ਹੈ, ਜਿਹਦੇ 'ਚ ਇਲੈਕਸ਼ਨ ਹੋਣੀ ਹੈ ਤੇ ਦੁਬਾਰਾ ਫਿਰ ਇਸ ਸਰਕਾਰ ਨੇ ਆਪਣੇ ਕੀਤੇ ਕੰਮਾਂ ਦੇ ਬਦਲੇ ਤੁਹਾਡੀਆਂ ਵੋਟਾਂ ਮੰਗਣੀਆਂ ਨੇ। ਤਾਂ ਉਦੋਂ ਤੁਸੀਂ ਇਹ ਇਨਸਾਫ ਕਰੋਗੇ ਕਿ ਨਹੀਂ ਕਰੋਗੇ? ਕਿਉਂਕਿ ਇਹ ਇਨਸਾਫ ਦੀ ਤਾਂ ਆਪਾਂ ਬੜੀ ਲੰਬੀ ਗੱਲ ਕਰ ਲਈ ਹੈ ਕਿ ਈਡੀ ਕੋਲ ਹੀ ਚਿੱਟੇ ਦਾ ਮਾਮਲਾ ਹੈ ਪਿਛਲੀ ਸਰਕਾਰ ਵੇਲੇ ਦਾ। ਇਹੀ ਸਰਾ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਬਤੌਰ ਪਾਰਟੀ ਗਏ ਸੀਗੇ ਬਿਕਰਮ ਮਜੀਠੀਆ ਵਾਲੇ ਮਾਮਲੇ ਦੇ ਵਿੱਚ, ਤੇ ਇਹੀ ਹੁਣ ਦੁਬਾਰਾ ਫਿਰ ਇਸ ਮਾਮਲੇ ਦੇ ਵਿੱਚ ਚਿੱਠੀ ਪੱਤਰੀ ਤੇ ਪਟੀਸ਼ਨਾਂ ਤੇ ਸੋਨੀਆ ਗਾਂਧੀ ਦੇ ਦਰਬਾਰ ਜਾਣਾ ਹੋ ਸਕਦਾ ਹੈ ਕਿ ਹਾਈ ਕੋਰਟ ਦੁਬਾਰਾ ਜਾਣ। ਤਾਂ ਇਹਦਾ ਆਖਰੀ ਫੈਸਲਾ ਮੈਂ ਦੁਬਾਰਾ ਕਹਿਣਾ ਚਾਹੁੰਦਾ ਹੈ ਕਿ 2022 ਦੀ ਲੋਕ ਕਚਹਿਰੀ 'ਚ ਜ਼ਰੂਰ ਹੋਣਾ ਚਾਹੀਦਾ ਹੈ। ਅਸੀਂ ਵੀ ਇਹੀ ਉਮੀਦ ਰੱਖਦੇ ਹਾਂ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।